प्रभ मिलने का जाओ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਜੀ ਵੱਡੇ ਭਾਗਾਂ ਵਾਲੇ ਹਾਂ। ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਾਰਗਦਰਸ਼ਕ ਦੇ ਰੂਪ ਵਿੱਚ ਮਿਲੇ ਹਨ। ਗੁਰਮੁਖ ਪਿਆਰਿਓ, ਸਾਡੇ ਬੜੇ ਸਵਾਲ ਹੁੰਦੇ ਨੇ ਜਿਹੜੇ ਕਿ ਅਕਸਰ ਆਪਾਂ ਮਨ 'ਚ ਪੈਦਾ ਹੁੰਦੇ ਨੇ ਕਿ ਸਾਡੇ ਜੀਵਨ ਦਾ ਮਨੋਰਥ ਕੀ ਆ, ਸਾਨੂੰ ਇਹ ਮਨੁੱਖੀ ਦੇਹੀ ਕਿਉਂ ਮਿਲੀ ਆ। ਕਿਉਂਕਿ ਅਸੀਂ ਬਹੁਤ ਗਿਆਨ ਬਾਹਰ ਹੀ ਇਕੱਠਾ ਕਰਦੇ ਹਾਂ, ਕਿਤੇ ਨਾ ਕਿਤੇ ਤਰਕ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਹਰ ਸਵਾਲ ਦਾ ਜਵਾਬ ਦਿੰਦੇ ਨੇ। ਫਿਰ ਅਸੀਂ ਗੁਰੂ ਸਾਹਿਬ ਨੂੰ ਪੁੱਛਦੇ ਹਾਂ ਕਿ ਸਾਨੂੰ ਇਹ ਸਰੀਰ ਕਿਉਂ ਮਿਲਿਆ। ਫਿਰ ਗੁਰੂ ਸਾਹਿਬ ਦੱਸਦੇ ਨੇ ਕਿ ਸਾਨੂੰ ਇਹ ਜਿਹੜਾ ਸਰੀਰ ਆ, ਇਹ ਨਾਮ ਜਪਣ ਲਈ, ਨਾਮ 'ਚ ਸਮਾਉਣ ਲਈ, ਆਪਣੇ ਮੂਲ ਵਿੱਚ ਸਮਾਉਣ ਲਈ। ਸਾਡਾ ਮੂਲ ਪ੍ਰਕਾਸ਼ ਪਰਮ ਪਿਤਾ ਪਰਮਾਤਮਾ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪਤਾ ਚੱਲਦਾ ਹੈ ਕਿ ਸਾਡੇ ਇਸ ਸੰਸਾਰ ਦੇ ਵਿੱਚ ਅਸੀਂ ਜਿੰਨੇ ਵੀ ਕੰਮਾਂ ਵਿੱਚ ਫਸੇ ਹੋਏ ਹਾਂ, ਇਹ ਤ੍ਰੈ ਗੁਣਾਂ ਵਿੱਚ ਅਸੀਂ ਵਿਚਰਦੇ ਹਾਂ। ਸਾਡੇ ਇਹ ਨਿਫਲ ਨੇ। ਸਾਡੇ ਲਈ ਸਭ ਤੋਂ ਉੱਤਮ ਕਾਰਜ ਕੀ ਆ? ਨਾਮ ਜਪਣਾ ਵਾਹਿਗੁਰੂ। ਕਿਉਂਕਿ ਗੁਰਬਾਣੀ ਗੁਰੂ ਕਹਿ ਰਹੇ ਨੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਗੁਰਮੁਖ ਪਿਆਰਿਓ, ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਪਤਾ ਚੱਲਦਾ ਕਿ ਸਾਨੂੰ ਇਹ ਮਨੁੱਖੀ ਦੇਹੀ ਸੱਚ ਵਿੱਚ ਸਮਾਉਣ ਲਈ ਮਿਲੀ ਆ। ਸੱਚ ਵਿੱਚ ਸਮਾਉਣ ਲਈ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਜੁਗਤੀਆਂ ਵਿਧੀਆਂ ਪਤਾ ਚੱਲਦੀਆਂ ਨੇ। ਪਰ ਵਾਹਿਗੁਰੂ, ਸਾਡੇ ਕੋਲ ਹੁਣ ਤੱਕ ਨਾ ਹੀ ਇੰਨਾ ਸਮਾਂ ਸੀ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਖੋਜੀ ਬਣ ਕੇ ਖੋਜ ਸਕਦੇ। ਪਰ ਮਾਲਕ ਜਦੋਂ ਮਿਹਰ ਕਰਦਾ, ਜਦੋਂ ਪਿਤਾ ਜੀ ਦੀ ਨਜ਼ਰ ਹੁੰਦੀ ਆ, ਫਿਰ ਵਾਹਿਗੁਰੂ ਸਾਨੂੰ ਸੱਚੀ ਸੰਗਤ ਮਿਲਦੀ ਆ। ਸੱਚੀ ਸੰਗਤ ਦੇ ਵਿੱਚ ਸਾਨੂੰ ਫਿਰ ਗੁਰੂ ਦੇ ਬਚਨ ਵੀ ਸਮਝ ਆਉਣੇ ਸ਼ੁਰੂ ਹੁੰਦੇ ਨੇ। ਉਸ ਤੋਂ ਪਹਿਲਾਂ ਅਸੀਂ ਸਾਰੇ ਅਰਥ ਤ੍ਰੈ ਗੁਣਾਂ ਦੇ ਵਿੱਚ ਕਰਦੇ ਹਾਂ। ਆਪਾਂ ਆਪਣੇ 'ਤੇ ਝਾਤ ਮਾਰੀਏ, ਸਾਡੇ ਸਾਰੇ ਅਰਥ ਤ੍ਰੈ ਗੁਣਾਂ ਦੇ ਸੀ ਗੁਰਬਾਣੀ ਗੁਰੂ ਦੇ। ਪਰ ਮਾਲਕ ਮਿਹਰ ਕਰਦੇ ਨੇ, ਫਿਰ ਸਾਨੂੰ ਸੱਚੀ ਸੰਗਤ ਦੀ ਪਹਿਚਾਣ ਕਰਾਉਂਦੇ ਨੇ। ਸੱਚੀ ਸੰਗਤ ਕਿਹੜੀ ਆ? ਸੱਚੀ ਸੰਗਤ ਉਹ ਜਿੱਥੇ ਸਿਰਫ ਇੱਕ ਦੀ ਗੱਲ ਹੋ ਰਹੀ ਆ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੋ ਰਹੀ ਆ। ਇਹ ਸਾਨੂੰ ਸਾਡੇ ਗੁਰੂ ਸਾਹਿਬ ਦੱਸ ਰਹੇ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਵਾਹਿਗੁਰੂ ਫਿਰ ਸਾਨੂੰ ਪਤਾ ਚੱਲਦਾ ਸਾਡੇ ਗੁਰੂ ਸਾਹਿਬ ਤੋਂ ਕਿ ਜੇ ਅਸੀਂ ਆਪਣੇ ਗੁਰੂ ਦੇ ਬਚਨਾਂ ਅਨੁਸਾਰ ਨਹੀਂ ਚੱਲੇ, ਅਸੀਂ ਆਪਣੀ ਮਤ ਬੁੱਧ ਨਾਲ ਕੋਸ਼ਿਸ਼ ਕੀਤੀ, ਤਾਂ ਅਸੀਂ ਕਦੇ ਵੀ ਸੱਚ ਤੱਕ ਨਹੀਂ ਪਹੁੰਚ ਪਾਵਾਂਗੇ। ਕੋਟ ਜਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਈ। ਅਸੀਂ ਕਿੰਨੇ ਯਤਨ ਕਰ ਲਈਏ, ਕਿਉਂਕਿ ਜਦੋਂ ਅਸੀਂ ਖੁਦ ਸਾਨੂੰ ਲੱਗਦਾ ਅਸੀਂ ਕੁਛ ਕਰ ਰਹੇ ਹਾਂ, ਕਿਤੇ ਇਹ ਮਹਿਸੂਸ ਹੋਵੇ, ਤਾਂ ਫਿਰ ਉਹ ਕੀ ਆ? ਅਸੀਂ ਕਿਤੇ ਨਾ ਕਿਤੇ ਹਉਮੈ 'ਚ ਵਿਚਰ ਰਹੇ ਹਾਂ। ਜਦੋਂ ਲੱਗੇ ਮੈਂ ਕੁਛ ਕਰ ਰਿਹਾ, ਮੇਰੇ 'ਚ ਕੋਈ ਗੱਲ ਹੈ। ਵਾਹਿਗੁਰੂ, ਜਿੱਥੇ ਮੈਂ ਆ ਗਈ, ਮੈਂ ਹਉ ਵੀ ਮਤਲਬ ਮੈਂ ਵੀ ਮਤਲਬ ਮੈਂ। ਅਤੇ ਵਾਹਿਗੁਰੂ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸਾਏ ਇਕਠਾਏ। ਤਾਂ ਫਿਰ ਜੇ ਹਿਰਦੇ ਵਿੱਚ ਨਾਮ ਵਸੇਗਾ, ਫਿਰ ਉੱਥੇ ਹਉਮੈ ਨਹੀਂ ਰਹਿਣੀ। ਫਿਰ ਸਾਨੂੰ ਆਪਾਂ ਹੁਣ ਤੱਕ ਸੁਣਦੇ ਆਏ ਹਾਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੋ। ਪਰ ਸਾਨੂੰ ਕਿਸੇ ਨੇ ਜੁਗਤੀ ਨਹੀਂ ਦੱਸੀ ਕਿ ਅਸੀਂ ਬਚੀਏ ਕਿੱਦਾਂ। ਬੜਾ ਗਿਆਨ ਇਕੱਠਾ ਕੀਤਾ, ਬੜੀਆਂ ਕਿਤਾਬਾਂ ਪੜ੍ਹੀਆਂ, ਬੜੇ ਆਪਣੇ ਲੌਜਿਕ ਵੀ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਵਾਹਿਗੁਰੂ, ਗੁਰਬਾਣੀ ਗੁਰੂ ਕਹਿੰਦੇ ਨੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਇਹ ਪ੍ਰੈਕਟੀਕਲੀ ਹੰਢਾਇਆ ਕਿ ਇੱਕ ਅਰਦਾਸ ਹੁੰਦੀ ਸੀ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਸਮਾਂ ਇੱਕ ਨਿਸ਼ਚਿਤ ਸੀ ਕਿ ਕਦੋਂ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੋਣੇ ਨੇ। ਫਿਰ ਉਹ ਸਮਾਂ ਆਇਆ, ਫਿਰ ਲੱਗਿਆ ਦਰਸ਼ਨ ਕਰਕੇ ਹੀ ਲੱਗਦਾ ਗੁਰਮੁਖ ਪਿਆਰਿਆਂ ਦੇ ਕਿ ਹਾਂ ਬਸ ਹੁਣ ਜੀਵਨ ਸਫਲ ਆ, ਹੁਣ ਕਿਤੇ ਪਹੁੰਚਣਾ, ਹੁਣ ਜੀਵਨ ਨੂੰ ਇੱਕ ਮੋਟਿਵ ਮਿਲ ਗਿਆ। ਹੁਣ ਤੱਕ ਬਿਲਕੁਲ ਕੋਈ ਮਨੋਰਥ ਨਹੀਂ ਸੀ। ਬੜੀਆਂ ਕਿਤਾਬਾਂ ਪੜ੍ਹੀਆਂ, ਉਹਨਾਂ 'ਚੋਂ ਆਪਣੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਗੁਰਬਾਣੀ ਗੁਰੂ ਤੋਂ ਫਿਰ ਪਤਾ ਚੱਲ ਗਿਆ ਕਿ ਆਪਣੀ ਅਕਲ ਬੁੱਧ ਛੱਡ ਕੇ ਮਿਲਣਾ ਮਾਲਕ। ਜਿੱਥੇ ਅਸੀਂ ਆਪਣੀ ਅਕਲ ਲਾਉਣ ਬੈਠ ਜਾਂਦੇ ਹਾਂ ਨਾ, ਉੱਥੇ ਫਿਰ ਸਾਨੂੰ ਲੱਗਦਾ ਅਸੀਂ ਕੁਛ ਕਰ ਰਹੇ ਹਾਂ, ਗੁਰੂ ਦੀ ਮੱਤ ਲੈਣੀ ਪਊਗੀ। ਫਿਰ ਸਾਨੂੰ ਹਉਮੈ ਤਿਆਗਣ ਦੀ ਵਿਧੀ ਪਤਾ ਚੱਲੀ ਗੁਰਮੁਖ ਪਿਆਰਿਆਂ ਤੋਂ, ਕਿਉਂਕਿ ਅਸੀਂ ਨਹੀਂ ਇੰਨਾ ਸਮਾਂ ਲਾਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਖੋਜਣ ਦਾ। ਸਾਡੇ ਕੋਲ ਨਹੀਂ ਸੀ ਸਮਾਂ, ਕਿਉਂਕਿ ਅਸੀਂ ਆਪਣੇ ਤਰਕਾਂ 'ਤੇ ਜੋਰੇ ਸੀ। ਪਰ ਸਾਡੇ ਭਾਗ ਵੱਡੇ, ਇਸ ਕਲਯੁਗ ਦੇ ਵਿੱਚ ਸਾਡੇ 'ਤੇ ਮਾਲਕ ਨੇ ਤਰਸ ਕੀਤਾ। ਸਾਨੂੰ ਫਿਰ
ਐਸੇ ਗਾਈਡ ਮਿਲੇ, ਐਸੇ ਗੁਰਮੁਖ ਪਿਆਰੇ ਮਿਲੇ। ਫਿਰ ਸਾਨੂੰ ਉਹਨਾਂ ਨੇ ਬਿਲਕੁਲ ਨਿਚੋੜ ਕੱਢ ਕੇ ਦੱਸਿਆ ਕਿ ਵਾਹਿਗੁਰੂ ਗੁਰਮੰਤਰ ਜਦੋਂ ਆਪਾਂ ਦ੍ਰਿੜ ਕਰਦੇ ਹਾਂ ਹਉਮੈ ਖਤਮ ਹੁੰਦੀ ਆ। ਫਿਰ ਸਾਨੂੰ ਇਹ ਵੀ ਕਿਹਾ ਕਿ ਪ੍ਰੈਕਟੀਕਲੀ ਕਰਕੇ ਵੇਖੋ, ਕਿਉਂਕਿ ਥਿਓਰੀ ਆਪਾਂ ਸਾਰਿਆਂ ਨੇ ਬਹੁਤ ਪੜ੍ਹੀ ਆ, ਆਪਾਂ ਬਹੁਤ ਪੜ੍ਹ ਵੀ ਲੈਂਦੇ ਹਾਂ, ਸੁਣਾ ਵੀ ਦਿੰਦੇ ਹਾਂ, ਪਰ ਜਦੋਂ ਕਹਿੰਦੇ ਕਿ ਖੁਦ ਕਰਕੇ ਵੇਖੋ ਗੁਰਮੁਖ ਪਿਆਰਿਓ, ਕਿਉਂਕਿ ਇਹ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਤਾਂ ਫਿਰ ਵਿਧੀ ਦੱਸੀ ਜਾਂਦੀ ਆ ਕਿ ਆਪਣੇ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਿਸ ਤਰ੍ਹਾਂ ਕਰਨਾ। ਪਹਿਲਾਂ ਆਪਾਂ ਜਦੋਂ ਪ੍ਰੇਮ ਨਾਲ ਉਸ ਪਿਤਾ ਨੂੰ ਪੁਕਾਰਨਾ, ਆਪਣੀ ਰਸਨਾ ਤੋਂ ਬੋਲਣਾ। ਫਿਰ ਸਾਨੂੰ ਕਿਹਾ ਕਿ ਸੁਣਨਾ। ਜੇ ਆਪਾਂ ਚਲੋ ਤਰਕ ਨਾਲ ਜਿਉਂਦੇ ਹਾਂ ਤਾਂ ਫਿਰ ਇੱਥੇ ਥੋੜ੍ਹਾ ਜਿਹਾ ਤਰਕ ਲਾ ਕੇ ਵੇਖੀ ਕਿ ਆਪਾਂ ਜਦੋਂ ਸੁਣਦੇ ਹਾਂ ਨਾ ਤਾਂ ਸਾਡੇ ਮਨ ਨੂੰ ਹਾਜ਼ਰ ਹੋਣਾ ਪੈਂਦਾ। ਜੇ ਉਹ ਉੱਥੇ ਖੜ ਕੇ ਸੁਣੂਗਾ ਨਾ ਤਾਂ ਫਿਰ ਉਹਨੂੰ ਵਿਚਾਰ ਨਹੀਂ ਆਉਣੇ, ਕਿਉਂਕਿ ਉਹ ਇੱਕੋ ਸਮੇਂ ਇੱਕੋ ਹੀ ਕੰਮ ਕਰੂਗਾ। ਜਦੋਂ ਉਹ ਸੁਣੂਗਾ, ਹੁਣ ਤੱਕ ਉਹ ਸਿਰਫ ਬੋਲਦਾ ਸੀ, ਆਲੇ ਦੁਆਲੇ ਵਿਚਰਦਾ ਸੀ, ਉਹਦੇ 'ਤੇ ਫਿਰ ਇੱਕ ਰੋਕ ਲੱਗੀ, ਮਾਲਕ ਨੇ ਮਿਹਰ ਕੀਤੀ। ਉੱਥੇ ਵੀ ਸਾਡਾ ਕੋਈ ਰੋਲ ਨਹੀਂ। ਜਿੱਥੇ ਸਾਡਾ ਰੋਲ ਆ ਗਿਆ ਫਿਰ ਆਪਾਂ ਹਉਮੈ ਵਾਸਾਂ। ਆਪਾਂ ਅਸਲ ਵਿੱਚ ਕੁਛ ਨਹੀਂ ਕਰਨ ਯੋਗ, ਸਭ ਕੁਛ ਕਰਨ ਵਾਲਾ ਉਹ ਪਿਤਾ ਹੈ। ਅਤੇ ਪਰ ਪਿਤਾ ਨੇ ਵੀ ਇੱਕ ਗਾਈਡੈਂਸ ਦਿੱਤੀ ਆ ਕਿ ਗੁਰੂ ਬਿਨਾਂ ਗਤੀ ਨਹੀਂ ਹੈਗੀ। ਗੁਰੂ ਦੀ ਗਾਈਡੈਂਸ ਦੇ ਅਨੁਸਾਰ ਮੇਰੇ ਤੱਕ ਪਹੁੰਚ ਸਕਦੇ ਹੋ, ਆਪਾਂ ਨਾ ਭੁੱਲੀਏ ਇਹ ਸੱਚ ਨੂੰ। ਅਤੇ ਮਾਲਕ ਮਿਹਰ ਕਰਦੇ ਨੇ। ਫਿਰ ਜਦੋਂ ਗੁਰਮੰਤਰ ਦ੍ਰਿੜ ਕਰਨ ਦੀ ਆਪਾਂ ਕੋਸ਼ਿਸ਼ ਕਰਦੇ, ਸਾਡੀ ਕੋਸ਼ਿਸ਼ ਆ, ਰਹਿਮਤ ਉਸ ਮਾਲਕ ਦੀ ਆ, ਸਾਡੀ ਕੋਸ਼ਿਸ਼ ਹੁੰਦੀ ਆ ਮਾਲਕ ਦੀ ਮਿਹਰ ਸਦਕਾ। ਜਦੋਂ ਮੁੱਖ ਤੋਂ ਉਚਾਰਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਅਤੇ ਫਿਰ ਮਨ ਨੂੰ ਸੁਣਨਾ ਪੈਂਦਾ। ਉਹ ਰੁਕਦਾ, ਉਹ ਖੜ੍ਹਦਾ, ਉਹ ਆਪਣੇ ਵਿਚਾਰਾਂ ਤੋਂ ਰੁਕਦਾ। ਫਿਰ ਰੁਕਣ ਤੋਂ ਬਾਅਦ ਮਾਲਕ ਮਿਹਰ ਕਰਦਾ। ਸਾਡੇ ਜਿਹੜੇ ਪਤਾ ਨਹੀਂ ਕਿੰਨੇ ਜਨਮਾਂ ਦੇ, ਸਾਨੂੰ ਨਹੀਂ ਪਤਾ ਅਸੀਂ ਕਿਸ ਤਰ੍ਹਾਂ ਦੇ ਕਰਮ ਹੰਢਾਏ ਨੇ, ਕੀ ਕੁਛ ਅਸੀਂ ਕਰਕੇ ਆਏ ਹਾਂ, ਅਤੇ ਸਾਡੇ ਫਿਰ ਮੈਲ ਉਤਰਨੀ ਸ਼ੁਰੂ ਹੁੰਦੀ ਆ। ਸਾਨੂੰ ਆਪਣੇ ਆਪ ਦੇ ਜਿਹੜੇ ਰੋਜ਼ਾਨਾ ਜੀਵਨ 'ਚ ਚੇਂਜ ਮਹਿਸੂਸ ਹੁੰਦਾ, ਬਦਲਾਅ, ਕਿ ਸਾਨੂੰ ਪਹਿਲਾਂ ਦੀ ਤਰ੍ਹਾਂ ਕ੍ਰੋਧ ਨਹੀਂ ਹੁਣ ਸਾਡੇ ਉੱਤੇ ਹਾਵੀ, ਸਾਨੂੰ ਪਹਿਲਾਂ ਦੀ ਤਰ੍ਹਾਂ ਹਉਮੈ ਨਹੀਂ ਤੰਗ ਕਰ ਰਹੀ, ਸਾਨੂੰ ਪਹਿਲਾਂ ਦੀ ਤਰ੍ਹਾਂ ਈਰਖਾ ਨਹੀਂ ਹੁੰਦੀ। ਇਹ ਕੋਈ ਸਾਡੇ ਕਰਨ 'ਤੇ ਨਹੀਂ ਹੈਗਾ ਵਾਹਿਗੁਰੂ, ਕਿਉਂਕਿ ਜੇ ਆਪਾਂ ਕੁਛ ਕਰ ਸਕਦੇ ਆਪਾਂ ਬੜੀ ਦੇਰ ਦੇ ਕਰ ਲੈਂਦੇ। ਇਹ ਸਾਰਾ ਸੱਚੀ ਸੰਗਤ, ਸੱਚੀ ਗਾਈਡੈਂਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਹੋ ਕੇ ਹੁੰਦਾ। ਬਿਲਕੁਲ ਆਪਾਂ ਭੁੱਲਣਹਾਰ ਹਾਂ, ਪਰ ਗੁਰੂ ਹਰ ਜਗ੍ਹਾ ਸਾਨੂੰ ਗਾਈਡ ਕਰਦੇ ਨੇ। ਸਾਨੂੰ ਤਾਂ ਗ੍ਰਹਿਸਥੀ ਵਿੱਚ ਰਹਿੰਦਿਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕਿੰਨਾ ਸੌਖਾ ਰਾਹ ਹੈ ਸਾਡੇ ਲਈ, ਅਸੀਂ ਗ੍ਰਹਿਸਥੀ 'ਚ ਰਹਿ ਕੇ। ਪਰ ਗ੍ਰਹਿਸਥੀ 'ਚ ਰਹਿਣ ਦਾ ਫਿਰ ਸਾਨੂੰ ਜੁਗਤੀ ਵੀ ਆ ਇੱਕ, ਕਿ ਅੰਜਨ ਮਾਹੀ ਨਿਰੰਜਨ ਰਹੀਏ। ਗ੍ਰਹਿਸਥੀ 'ਚ ਰਹਿਣਾ ਆਪਾਂ ਨੇ, ਪਰ ਗ੍ਰਹਿਸਥੀ ਵਿੱਚ ਆਪਾਂ ਖਚਤ ਨਹੀਂ ਹੋਣਾ, ਆਪਾਂ ਇੰਨਾ ਇਨਵੋਲਵ ਨਹੀਂ ਹੋਣਾ ਹੈਗਾ ਕਿ ਸਾਨੂੰ ਮਾਲਕ ਭੁੱਲ ਜੇ। ਮਾਲਕ ਨੂੰ ਯਾਦ ਕਰਨ ਲਈ ਕੀ ਜ਼ਰੂਰੀ ਆ? ਸੰਗਤ ਦੇ ਨਾਲ ਜੁੜੇ ਰਹਿਣਾ, ਕਿਉਂਕਿ ਸਾਡੇ ਤੋਂ ਰੋਜ਼ ਗਲਤੀਆਂ ਹੁੰਦੀਆਂ ਨੇ, ਸਾਨੂੰ ਕਰੈਕਟ ਕਰਨ ਵਾਲਾ ਚਾਹੀਦਾ। ਕਰੈਕਸ਼ਨ ਸਾਡੀ ਸੰਗਤ ਦੇ ਵਿੱਚ ਹੋਊਗੀ, ਸਾਨੂੰ ਆਪਣੀਆਂ ਗਲਤੀਆਂ ਦੀ ਜਿਹੜੇ ਅਹਿਸਾਸ ਸੰਗਤ ਦੇ ਵਿੱਚ ਹੋਣਗੇ, ਸਾਨੂੰ ਸਾਡੇ ਔਗਣ ਇੱਥੇ ਨਜ਼ਰ ਆਉਣਗੇ ਕਿ ਆਪਾਂ ਕਿਸ ਤਰ੍ਹਾਂ, ਕਿਉਂਕਿ ਆਪਾਂ ਗੁਰਮੁਖ ਪਿਆਰਿਆਂ ਦੀ ਰਹਿਣੀ ਤੋਂ ਵੀ ਸਿੱਖਣਾ ਕਿ ਅਸੀਂ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ, ਸਾਡਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੋਵੇ। ਇਹ ਕੋਈ ਬਾਹਰੋਂ ਨਹੀਂ ਆਉਂਦਾ ਗੁਰਮੁਖ ਪਿਆਰਿਓ। ਜਦੋਂ ਗੁਰਮੰਤਰ ਦ੍ਰਿੜ ਹੁੰਦਾ, ਸਾਡੇ ਅੰਦਰ ਸ਼ਬਦ ਵੱਸਦਾ, ਅੱਗੇ ਜਿਸ ਤਰ੍ਹਾਂ ਸਾਡੀ ਫਿਰ ਅਵਸਥਾ ਚੱਲਦੀ ਆ, ਜਿੰਨੀ ਦੇਰ ਅਸੀਂ ਹੁਕਮ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਹੁਕਮ 'ਚ ਚਲਾਉਣ ਵਾਲਾ ਮਾਲਕ ਹੈ, ਪਰ ਸਾਡੀ ਕੋਸ਼ਿਸ਼ ਆ, ਆਪਾਂ ਕੋਸ਼ਿਸ਼ ਕਰਦੇ ਰਹਾਂਗੇ, ਮਾਲਕ ਨੇ ਚਲਾ ਲੈਣਾ ਸਾਨੂੰ। ਫਿਰ ਉਨੀ ਦੇਰ ਸਾਡੇ ਅੰਦਰ ਆਪਣੇ ਆਪ ਸਤੋਗੁਣ ਪੈਦਾ ਹੁੰਦੇ ਨੇ, ਸਾਨੂੰ ਆਪਣੇ ਆਪ ਦਇਆ ਆਉਂਦੀ ਆ। ਫਿਰ ਹੁਣ ਦੇਖੋ ਅਚਾਨਕ ਸੰਸਾਰ ਦੇ ਵਿੱਚੋਂ ਕੋਈ ਚਲਾ ਜਾਂਦਾ, ਸਾਡੇ ਪਹਿਲਾਂ ਦੇ ਦੁੱਖ ਅਤੇ ਹੁਣ ਦੇ ਇੱਕ ਅਫਸੋਸ 'ਚ ਫਰਕ ਆ। ਪਹਿਲਾਂ ਸਾਨੂੰ ਲੱਗਦਾ ਸੀ ਕਿ ਇਹ ਵਾਹਿਗੁਰੂ ਨੇ ਕੀ ਕਰ ਦਿੱਤਾ ਜੀ, ਸਾਡਾ ਕੋਈ ਕਰੀਬੀ ਚਲਾ ਜਾਂਦਾ। ਹੁਣ ਕੀ ਆ, ਹੁਣ ਕੀ ਲੱਗਦਾ ਜਦੋਂ ਕੋਈ ਚਲਾ ਜਾਂਦਾ? ਇਹ ਲੱਗਦਾ ਕਿ ਵਾਹਿਗੁਰੂ ਕਿਤੇ ਤੁਹਾਡੇ ਜਾਣਕਾਰੀ ਬਿਨਾਂ, ਤੁਹਾਨੂੰ ਜਾਣੇ ਬਿਨਾਂ ਐਵੇਂ ਨਾ ਜੀਵਨ ਵਿਅਰਥ ਚਲਾ ਗਿਆ ਹੋਵੇ, ਕਿਉਂਕਿ ਬੜੀ ਮੁਸ਼ਕਲ ਨਾਲ ਮਿਲਦਾ ਇਹ ਜਨਮ। ਭਜੋ ਗੋਬਿੰਦ ਭੂਲ ਮਤ ਜਾਓ, ਮਨਸ ਜਨਮ ਕਾ ਇਹੀ ਲਾਹ। ਇਹ ਸਾਨੂੰ ਸਾਡੇ ਗੁਰੂ ਸਾਹਿਬ ਕਹਿ ਰਹੇ ਨੇ। ਇਹ ਮਨੁੱਖੀ ਦੇ ਹੀ ਸਾਨੂੰ ਸਾਡਾ ਜਿਹੜਾ ਐਕਚੁਅਲੀ 'ਚ ਜਿਹੜਾ ਮੋਟਿਵ ਆ ਉਹ ਮਾਲਕ ਨੂੰ ਮਿਲਣਾ। ਇਹ ਜਿਹੜੀ ਸਰਬੋਤਮ ਜੂਨੀ ਮਿਲੀ ਆ ਸਾਨੂੰ,
ਇਹਦਾ ਇਹੀ ਮੋਟਿਵ ਆ। ਆਪਾਂ ਚਲੋ ਬਾਹਰੀ ਗਿਆਨ ਇਕੱਠਾ ਕਰਦੇ ਹਾਂ, ਆਪਾਂ ਸੋਚ ਸਕਦੇ ਹਾਂ, ਮਾਲਕ ਨੇ ਬੁੱਧ ਵਿਵੇਕ ਦਿੱਤੀ ਆ, ਆਪਾਂ ਆਪਣੇ ਜੀਵਨ 'ਤੇ ਝਾਤ ਮਾਰ ਕੇ ਵੇਖੀਏ ਕਿ ਹੋਰ ਕੀ ਹੈ ਕਰਨ ਨੂੰ। ਕੀ ਆਪਾਂ ਇੱਕ ਸਰਕਲ 'ਚ ਇਸੇ ਤਰ੍ਹਾਂ ਹੀ ਚਲੇ ਜਾਵਾਂਗੇ? ਆਏ, ਵਿਆਹ ਹੋਇਆ, ਨੌਕਰੀ ਕੀਤੀ, ਬੱਚੇ ਹੋਏ, ਉਹਨਾਂ ਦੇ ਵਿਆਹ ਕੀਤੇ ਅਤੇ ਸੰਸਾਰ ਤੋਂ ਇਸੇ ਤਰ੍ਹਾਂ ਹੀ ਚਲੇ ਗਏ? ਨਹੀਂ ਵਾਹਿਗੁਰੂ, ਮਾਲਕ ਦੀ ਇਹ ਕਹਾਣੀ ਨਹੀਂ। ਮਾਲਕ ਨੇ ਸਾਡੇ ਲਈ ਕੁਛ ਹੋਰ ਸੋਚਿਆ ਹੋਇਆ, ਸਾਨੂੰ ਉੱਤਮ ਜੁਨੀ ਦਿੱਤੀ ਆ। ਤਾਂ ਫਿਰ ਆਪਾਂ ਆਪਣੇ ਗੁਰੂ ਸਾਹਿਬ ਦੀ ਗਾਈਡੈਂਸ, ਆਪਣੇ ਸਤਿਗੁਰੂ ਦੀ ਮਿਹਰ ਸਦਕਾ ਆਪਾਂ ਆਪਣੇ ਪਿਤਾ ਤੱਕ ਪਹੁੰਚਣਾ। ਵਾਹਿਗੁਰੂ ਮਿਹਰ ਕਰਦੇ ਨੇ ਆਪਣੇ 'ਤੇ, ਜ਼ਰੂਰ ਕਰਨਗੇ। ਆਪਾਂ ਭਰੋਸਾ ਰੱਖੀਏ। ਵੇਖੋ ਆਪਾਂ ਭੁੱਲਣਹਾਰ ਆ, ਆਪਾਂ ਹਰ ਰੋਜ਼ ਗਲਤੀਆਂ, ਸਾਨੂੰ ਤਾਂ ਪਤਾ ਹੀ ਨਹੀਂ ਚੱਲਦਾ ਕਦੋਂ ਸਾਨੂੰ ਨਿੱਕੀ ਜਿਹੀ ਗੱਲ ਦੀ ਹਉਮੈ ਹੋ ਜਾਂਦੀ ਆ। ਕੋਈ ਜਰਾ ਕੋਈ ਵਡਿਆਈ ਕਰਦੇ ਅਸੀਂ ਉਹਦੇ 'ਚ ਫਸ ਜਾਂਦੇ ਹਾਂ। ਪਰ ਮਿਹਰ ਹੈ ਉਸ ਪਰਮਾਤਮਾ ਦੀ, ਯਾਦ ਕਰਵਾ ਦਿੰਦਾ ਕਿ ਇਹ ਤੇਰਾ ਰਸਤਾ ਨਹੀਂ ਹੈਗਾ। ਸਾਨੂੰ ਯਾਦ ਕਰਵਾ ਦਿੰਦਾ ਕਿ ਇੰਨਾ ਕਰੋਧ ਨਹੀਂ ਕਰਨਾ। ਚਾਹੇ ਉਹ ਕਿਸੇ ਦੇ ਥਰੂ, ਇੱਕ ਨਿੱਕੇ ਬੱਚੇ ਦੇ ਥਰੂ ਵੀ ਕਹਾ ਦੇ ਕਿ ਨਿੱਜੀ ਤਜਰਬਾ, ਨਿੱਕਾ ਜਿਹਾ ਬੇਟਾ ਮੇਰਾ ਉਹੀ ਕਹਿ ਦਿੰਦਾ ਗੁੱਸਾ ਨਹੀਂ ਕਰਨਾ। ਫਿਰ ਲੱਗਦਾ ਹੁੰਦਾ ਇਹ ਮਾਲਕ ਹੈ, ਮਾਲਕ ਦੀ ਆਵਾਜ਼ ਹੈ ਇਹ, ਕਿਉਂਕਿ ਇੱਕ ਨਿੱਕਾ ਬੱਚਾ ਸਾਨੂੰ ਬਸ ਫਿਰ ਮਾਲਕ ਹਰ ਥਾਂ ਤੋਂ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਗਾਈਡ ਕਰਦਾ। ਪਰ ਸਾਡਾ ਭਰੋਸਾ ਅਸੀਂ ਉਸ ਮਾਲਕ 'ਤੇ ਜ਼ਰੂਰ ਕਰੀਏ। ਸਾਨੂੰ ਕਿਹਾ ਗਿਆ ਪਹਿਲਾ ਸਟੈਪ ਨਾ ਭੁੱਲੀਏ, ਵਾਹਿਗੁਰੂ ਗੁਰਮੰਤਰ ਦ੍ਰਿੜ ਕਰਨਾ ਬਹੁਤ ਜ਼ਰੂਰੀ ਆ। ਅਸੀਂ ਇਹ ਨਹੀਂ ਸਟੈਪ ਬਾਈ ਸਟੈਪ ਚੱਲਣਾ, ਕੋਈ ਸ਼ਾਰਟਕਟ ਨਹੀਂ। ਦੇਖੋ ਸਹਿਜ ਦਾ ਮਾਰਗ ਹੈ, ਕੋਈ ਕਾਹਲੀ ਨਹੀਂ, ਕਿਸੇ ਨਾਲ ਸਾਡੀ ਕੋਈ ਤੁਲਨਾ ਨਹੀਂ ਹੈਗੀ। ਸਾਡੇ ਜਦੋਂ ਆਪਾਂ ਕਿਸੇ ਦਾ ਪ੍ਰੈਕਟੀਕਲ ਸੁਣਦੇ ਹਾਂ ਗੁਰਮੁਖ ਪਿਆਰਿਆਂ ਦਾ, ਆਪਾਂ ਆਪਣੇ ਅੰਦਰ ਚਾਅ ਪੈਦਾ ਕਰੀਏ ਕਿ ਵਾਹਿਗੁਰੂ ਜੀ ਇਸ ਤਰ੍ਹਾਂ ਦੇ ਸਾਡੇ ਵੀ ਪ੍ਰੈਕਟੀਕਲ ਹੋਣ, ਨਾ ਕਿ ਇਹ ਕਿ ਮੇਰਾ ਕਿਉਂ ਨਹੀਂ ਹੋਇਆ ਹੈਗਾ। ਮੇਰੇ ਮਤਲਬ ਤੁਲਨਾ ਨਹੀਂ, ਸਾਡੀ ਤੁਲਨਾ ਨਹੀਂ। ਸਾਡਾ ਮਾਲਕ ਨੇ ਰਸਤਾ ਇੱਕ ਬਣਾਇਆ, ਪਰ ਸਾਡੇ ਸਫ਼ਰ ਵੱਖੋ ਵੱਖਰੇ ਸਮੇਂ 'ਤੇ ਸ਼ੁਰੂ ਹੋਏ ਨੇ। ਅਤੇ ਆਪਾਂ ਆਓ, ਵਿਧੀ ਸਾਰੇ ਗੁਰਮੁਖ ਪਿਆਰਿਆਂ ਨੂੰ ਪਤਾ, ਆਪਾਂ ਆਪਣੇ ਮਾਲਕ ਨੂੰ ਆਵਾਜ਼ਾਂ ਮਾਰੀਏ ਬੜੇ ਹੀ ਪ੍ਰੇਮ ਨਾਲ। ਨੇਤਰ ਬੰਦ ਕਰ ਲਓ। ਵਾਹਿਗੁਰੂ ਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਾਡਾ ਸਾਰਿਆਂ ਦਾ ਕਿਤੇ ਨਾ ਕਿਤੇ ਜਿਹੜਾ ਦੁੱਖ ਹੈ ਨਾ ਸਾਡੇ ਅੰਦਰ, ਆਪਾਂ ਮਹਿਸੂਸ ਕਰਦੇ ਹਾਂ ਕਿ ਦੁੱਖ, ਉਹਦਾ ਕਾਰਨ ਕੀ ਆ, ਆਪਾਂ ਖੋਜ ਕੇ ਦੇਖੀਏ। ਉਹ ਹੈ ਸਾਡਾ ਮਾਲਕ ਤੋਂ ਵਿਛੋੜਾ। ਇਹ ਸਾਨੂੰ ਸਾਡੇ ਗੁਰੂ ਸਾਹਿਬ ਤੋਂ ਪਤਾ ਚੱਲਦਾ। ਸਾਨੂੰ ਨਹੀਂ ਪਤਾ ਸੀ, ਸਾਨੂੰ ਲੱਗਦਾ ਸੀ ਸਾਡੇ ਸੰਸਾਰ 'ਚ ਕੋਈ ਕਮੀ ਰਹਿ ਗਈ, ਸਾਡੀ ਕਿਸੇ ਸਹੂਲਤ 'ਚ ਕੋਈ ਕਮੀ ਰਹਿ ਗਈ, ਸ਼ਾਇਦ ਤਾਂ ਦੁੱਖ ਨੇ, ਕੋਈ ਚਿੰਤਾ ਤਾਂ ਦੁੱਖ ਹੈ। ਨਹੀਂ, ਦੁੱਖ ਤਦੇ ਜਾ ਵਿਸਰ ਜਾਵੇ। ਫਿਰ ਸਾਨੂੰ ਰੋਗ, ਇਹ ਰੋਗ ਜਿਹੜੇ ਸਰੀਰ ਨੂੰ ਲੱਗਦੇ ਨੇ, ਸਾਡੇ ਮਨ ਨੂੰ ਲੱਗਦੇ ਨੇ, ਇਹ ਕਿਉਂ ਨੇ? ਇਹ ਵੀ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਵਾਹਿਗੁਰੂ ਸਾਡੀ ਹਰ ਚੀਜ਼, ਹਰ ਦੁੱਖ, ਹਰ ਰੋਗ, ਹਰ ਸੋਗ, ਉਹਦਾ ਇੱਕੋ ਕਾਰਨ ਆ ਕਿ ਅਸੀਂ ਆਪਣੇ ਪਿਤਾ ਨੂੰ ਭੁੱਲੇ ਹੋਏ ਹਾਂ, ਅਸੀਂ ਵਿਛੜੇ ਹੋਏ ਹਾਂ। ਜੇ ਸਾਨੂੰ ਲੱਗਦਾ ਨਾ ਕਿ ਸਾਨੂੰ ਮਾਨਸਿਕ ਰੋਗ ਨੇ, ਸਾਨੂੰ ਡਿਪਰੈਸ਼ਨ ਹੋ ਗਿਆ, ਉਹ ਕਿਉਂ? ਕਿਉਂਕਿ ਮਨ ਅੰਦਰੋਂ ਖਾਲੀ ਆ, ਉਹ ਮਹਿਸੂਸ ਕਰਦਾ, ਉਹ ਇਕੱਲਾਪਣ ਮਹਿਸੂਸ ਕਰਦਾ, ਕਿਉਂਕਿ ਉਹ ਆਪਣੇ ਮੂਲ ਤੋਂ ਵਿਛੜਿਆ ਹੋਇਆ। ਆਪਾਂ ਆਪਣੇ ਪਿਤਾ ਤੋਂ ਵਿਛੜੇ ਹੋਏ ਹਾਂ। ਆਪਾਂ ਪੂਰਨ ਹੋ ਜਾਵਾਂਗੇ, ਫਿਰ ਸਦਾ ਲਈ ਆਨੰਦ ਹੋਊਗਾ। ਆਪਾਂ ਰਸਤੇ 'ਚ ਮਾਲਕ ਮਿਹਰ ਕਰਨਗੇ। ਫਿਰ ਸਾਨੂੰ ਗੁਰਬਾਣੀ ਗੁਰੂ ਨੇ ਦੱਸਿਆ ਇਲਾਜ। ਉਹ ਕੀ ਕਹਿੰਦੇ ਨੇ? ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀ ਇੱਕੋ ਦਾਰੂ ਆ। ਫਿਰ ਆਪਾਂ ਉਸ ਪਿਤਾ ਅੱਗੇ ਬੇਨਤੀ ਕਰੀਏ ਕਿ ਵਾਹਿਗੁਰੂ ਸਾਨੂੰ ਇਸੇ ਤਰ੍ਹਾਂ ਸੰਗਤ ਨਾਲ ਜੋੜ ਕੇ ਰੱਖੇ। ਸਾਡੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਕਰੈਕਟ ਕਰਦੇ ਰਹੇ, ਕਿਉਂਕਿ ਸਾਨੂੰ ਭਰੋਸਾ ਸਾਡੇ ਪਿਤਾ 'ਤੇ। ਕਿਉਂਕਿ ਵਾਹਿਗੁਰੂ ਕੀ ਕਰਦੇ ਨੇ? ਸਾਡੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆ ਗਿਆ ਮਾਰਗ ਪਾਵੇ। ਸਾਨੂੰ ਅੱਗੇ ਰਸਤੇ ਪਾਉਂਦੇ ਰਹਿਣਾ। ਸਾਨੂੰ ਜਿਹੜੇ ਕਿਤੇ ਹਉਮੈ 'ਚ ਫਸ ਜਾਂਦੇ ਹਾਂ, ਕਦੇ ਕ੍ਰੋਧ 'ਚ ਫਸ ਜਾਂਦੇ ਹਾਂ, ਸਾਨੂੰ ਸਿਖਾਵੇ ਕਿ ਕਿਸ ਤਰ੍ਹਾਂ ਅਸੀਂ ਵਿਚਰਨਾ। ਪਰ ਇਹ ਸਾਨੂੰ ਸਾਡੇ ਗਾਈਡ, ਸਾਡੀ ਟੀਚਰ ਸੱਚੀ ਸੰਗਤ ਹੀ ਸਿਖਾ ਸਕਦੀ ਆ, ਕਿਉਂਕਿ ਅਸੀਂ ਇੰਨੇ ਜੋਗੇ ਨਹੀਂ ਹੈਗੇ। ਸਾਨੂੰ ਆਪਣਾ ਆਪ ਅਹਿਸਾਸ ਹੋ ਗਿਆ ਕਿ ਅਸੀਂ ਕੁਝ ਵੀ ਨਹੀਂ। ਜਿੰਨੀ ਦੇਰ ਆਪਾਂ ਸਰੈਂਡਰ ਨਹੀਂ ਕਰਦੇ ਹੈਗੇ, ਜਿੰਨੀ ਦੇਰ ਆਪਾਂ ਪੂਰੀ ਤਰ੍ਹਾਂ ਡਾਊਨ ਨਹੀਂ ਮਹਿਸੂਸ ਕਰਦੇ, ਉਨੀ ਦੇਰ ਆਪਾਂ ਨੂੰ ਕੁਝ ਨਹੀਂ ਮਿਲਣਾ। ਆਪਾਂ ਬਿਲਕੁਲ ਝੁਕ ਜਾਈਏ ਹੁਣ, ਬਿਲਕੁਲ ਨਿਮਰਤਾ 'ਚ। ਮਾਲਕ ਨੇ ਕਰਨਾ, ਆਪਣੇ ਆਪ ਨਹੀਂ ਕਰ ਸਕਦੇ। ਇਹ ਵੀ ਨਿਮਰਤਾ ਵੀ ਮਾਲਕ ਨੇ ਬਖਸ਼ਣੀ ਆ ਸਾਨੂੰ ਸਾਰਿਆਂ ਨੂੰ। ਆਪਾਂ ਉਸ ਪਿਤਾ ਅੱਗੇ, ਕਿਉਂਕਿ ਫਿਰ ਕਬੀਰ ਸਾਹਿਬ ਦੇ ਬਚਨ ਨੇ ਕਿ ਵਾਹਿਗੁਰੂ ਅਬ ਕੀ ਵਾਰ ਬਖਸ਼ ਬੰਦੇ ਕੋ ਵਾਰ ਨਾ ਹੋਏ ਕੋ ਫੇਰਾ। ਬਸ ਬਖਸ਼ ਲਓ ਪਿਤਾ ਜੀ ਇਸ ਵਾਰ ਸਾਨੂੰ। ਇਸ ਵਾਰ ਅਸੀਂ ਜਿਹੜਾ ਸਾਨੂੰ ਮਨੁੱਖੀ ਦੇਹੀ ਮਿਲੀ, ਅਸੀਂ ਸਫਲ ਹੋ ਕੇ ਜਾਈਏ। ਵਾਹਿਗੁਰੂ ਜੀ, ਗੁਰਬਾਣੀ ਗੁਰੂ ਦਾ ਉਚਾਰਨ ਕਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।